ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਪਿਆਰੇ ਦੋਸਤੋ, ਮਿੱਤਰੋ, ਭੈਣੋ ਅਤੇ ਭਰਾਵੋ, ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਨੌਵੇਂ ਮਹਿਲੇ ਦੇ ਸ਼ਲੋਕਾਂ ਦੀ ਵਿਚਾਰ ਆਰੰਭ ਕੀਤੀ ਹੋਈ ਹੈ। 39 ਸ਼ਲੋਕਾਂ ਤੱਕ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਸੋ ਅੱਜ 40 ਨੰਬਰ ਸ਼ਲੋਕ ਦੀ ਵਿਚਾਰ ਦੇ ਨਾਲ ਸਾਂਝ ਪਾਵਾਂਗੇ। 40 ਨੰਬਰ ਸ਼ਲੋਕ ਇਸ ਪ੍ਰਕਾਰ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤਿਹ, ਪੂਰਨ ਹੋਵੇ ਕਾਮ। ਮਹਿਲਾ ਨੌਵਾਂ ਜੀ ਇਸ ਸ਼ਲੋਕ ਦੇ ਵਿੱਚ ਇਹ ਸਮਝਾ ਰਹੇ ਹਨ ਕਿ ਸਾਰਾ ਜਗਤ ਹੀ ਮੰਗਤਾ ਹੈ ਤੇ ਦਾਤਾ ਕੇਵਲ ਤੇ ਕੇਵਲ ਨਿਯਮ ਸਿਧਾਂਤ ਹੀ ਹੈ, ਕੁਦਰਤ ਦਾ ਵਿਧੀ ਵਿਧਾਨ ਹੀ ਹੈ। ਸੱਚ ਹੁਕਮ, ਸੱਚ ਨਿਯਮ, ਸੱਚ ਸਿਧਾਂਤ ਜੋ ਸਾਰੀ ਕੁਦਰਤ ਵਿੱਚ, ਖੰਡਾਂ ਬ੍ਰਹਿਮੰਡਾਂ ਵਿੱਚ, ਸਾਰੇ ਯੂਨੀਵਰਸ ਦੇ ਵਿੱਚ ਰਮਿਆ ਹੋਇਆ ਹੈ, ਵਿਆਪਕ ਹੈ। ਉਸ ਸਿਸਟਮ ਦੀ, ਉਸ ਨਿਯਮ ਸਿਧਾਂਤ ਦੀ ਗੱਲ ਕਰਦੇ ਹਾਂ। ਮਹਿਲਾ ਨੌਵਾਂ ਜੀ ਫਰਮਾਨ ਕਰਦੇ ਹਨ, ਸਭ ਕੋ ਦਾਤਾ ਰਾਮ। ਇੱਥੇ ਰਾਮ ਸ਼ਬਦ ਦਸ਼ਰਥ ਜੀ ਦੇ ਪੁੱਤਰ ਲਈ ਨਹੀਂ, ਬਲਕਿ ਸਭੈ ਘਟ ਰਾਮ ਬੋਲੇ ਵਾਲੇ ਰਾਮ ਵਾਸਤੇ ਆਇਆ ਹੈ। ਹੁਣ ਮਹਿਲਾ ਨੌਵਾਂ ਜੀ ਇਹ ਫਰਮਾਉਂਦੇ ਹਨ ਕਿ ਸਾਰਾ ਜਗਤ ਹੀ ਮੰਗਤਾ ਹੈ। ਕਹੋ ਨਾਨਕ ਮਨ ਸਿਮਰਤਿ, ਨਾਨਕ ਆਖਦਾ ਹੈ, ਹੇ ਮੇਰਿਆ ਮਨਾ, ਤੂੰ ਵੀ ਉਸ ਨਿਯਮ ਸਿਧਾਂਤ ਨੂੰ ਚੇਤੇ ਵਿੱਚ ਰੱਖ, ਧਿਆਨ ਵਿੱਚ ਰੱਖ, ਚਿੱਤ ਵਿੱਚ ਵਸਾ। ਭਾਵ ਜੋ ਵੀ ਤੇਰੀਆਂ ਮੰਗਾਂ ਨੇ, ਜੋ ਵੀ ਤੂੰ ਚਾਹੁੰਦਾ ਹੈ, ਜੋ ਵੀ ਤੂੰ ਲੋੜਦਾ ਹੈ, ਜੋ ਵੀ ਤੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸ ਵਸਤੂ ਨੂੰ ਪ੍ਰਾਪਤ ਕਰਨ ਦੇ ਲਈ ਜੋ ਉਹਦੇ ਲਈ ਸ਼ਰਤਾਂ, ਰਿਕੁਆਇਰਮੈਂਟਸ ਹੁੰਦੀਆਂ ਨੇ, ਤੈਨੂੰ ਉਹਨਾਂ ਬਾਰੇ ਪਹਿਲਾਂ ਸਮਝਣਾ ਪਏਗਾ ਤੇ ਉਹਨਾਂ ਸ਼ਰਤਾਂ ਨੂੰ ਫੋਲੋ ਕਰਨਾ ਪਏਗਾ, ਉਹਨਾਂ ਸ਼ਰਤਾਂ ਨੂੰ ਪੂਰਾ ਕਰਨਾ ਪਏਗਾ। ਫਿਰ ਤੈਨੂੰ ਉਸ ਵਸਤੂ ਦੀ ਪ੍ਰਾਪਤੀ ਹੋਏਗੀ ਜੋ ਤੂੰ ਮੰਗ ਰਿਹਾ ਹੈ। ਪੂਰਨ ਹੋਵੇ ਕਾਮ, ਫਿਰ ਤੇਰੇ ਕੰਮ ਜਿਹੜੇ ਨੇ ਸੰਪੂਰਨ ਹੋਣਗੇ, ਫਿਰ ਤੇਰੇ ਕੰਮ ਸਾਰੇ ਪੂਰੇ ਹੋਣਗੇ, ਸਫਲੇ ਹੋਣਗੇ। ਅਸੀਂ ਵੇਖਦੇ ਹਾਂ ਸਾਡਾ ਸਾਰਾ ਜਗਤ ਸਾਡੇ ਤੁਹਾਡੇ ਸਮੇਤ ਮੰਗਤਾ ਹੀ ਹੈ। ਜਿਵੇਂ ਕਿਸੇ ਦਾ ਵਜ਼ਨ ਬਹੁਤ ਵਧਿਆ ਹੋਇਆ ਹੈ ਤੇ ਉਹ ਚਾਹੁੰਦਾ ਕਿ ਮੇਰਾ ਵਜ਼ਨ ਘਟ ਜਾਏ, ਮਤਲਬ ਕਿ ਉਹ ਵੀ ਕੁਝ ਨਾ ਕੁਝ ਮੰਗ ਰਿਹਾ ਹੈ, ਤਾਂ ਉਹ ਵੀ ਮੰਗਤਾ ਹੈ। ਤਾਂ ਉਹ ਉਸ ਵਿਅਕਤੀ ਦੇ ਕੋਲ ਜਾਂਦਾ ਜਿਸ ਨੂੰ ਇਸ ਚੀਜ਼ ਬਾਰੇ ਨੌਲੇਜ ਹੈ, ਸਮਝ ਹੈ, ਗਿਆਨ ਹੈ ਕਿ ਵਧੇ ਹੋਏ ਵੇਟ ਨੂੰ ਕਿਵੇਂ ਘਟਾਇਆ ਜਾਂਦਾ, ਵਧੇ ਹੋਏ ਵਜ਼ਨ ਨੂੰ ਕਿਵੇਂ ਘਟਾਇਆ ਜਾਂਦਾ। ਜਦੋਂ ਉਸ ਵਿਅਕਤੀ ਦੇ ਕੋਲ ਜਾਂਦਾ ਤੇ ਉਸ ਨੂੰ ਜਾ ਕੇ ਆਖਦਾ ਵੀ ਮੇਰਾ ਵਜ਼ਨ ਬਹੁਤ ਵਧਿਆ ਹੋਇਆ, ਉਹਦੇ ਅੱਗੇ ਮੰਗ ਰੱਖਦਾ, ਉਹਦੇ ਕੋਲੋਂ ਮੰਗਦਾ ਕਿ ਮੇਰਾ ਵਜ਼ਨ ਕਿਵੇਂ ਘਟੇ, ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਦੇ, ਮੈਨੂੰ ਇਹਦੇ ਬਾਰੇ ਕੋਈ ਸਮਝ ਦੇ, ਗਿਆਨ ਦੇ, ਕੋਈ ਨੁਕਤਾ ਸਮਝਾ, ਕੋਈ ਜਾਣਕਾਰੀ ਸਾਂਝੀ ਕਰ। ਤਾਂ ਜੋ ਵਿਅਕਤੀ ਉਹਨੂੰ ਫਿਰ ਉਹ ਜਾਣਕਾਰੀ ਦੱਸਦਾ ਹੈ, ਉਸ ਜਾਣਕਾਰੀ ਨੂੰ ਇਹ ਵਿਅਕਤੀ ਸੁਣ ਕੇ, ਸਮਝ ਕੇ ਉਹਨੂੰ ਫਿਰ ਲਾਗੂ ਕਰਦਾ ਅਤੇ ਹੌਲੀ ਹੌਲੀ ਆਪਣਾ ਵਜ਼ਨ ਜਿਹੜਾ ਹੈ ਘਟਾ ਲੈਂਦਾ ਹੈ। ਇਸੇ ਤਰੀਕੇ ਦੇ ਨਾਲ ਕੋਈ ਵਿਅਕਤੀ ਹੈ, ਉਹ ਮੋਟਾ ਹੋਣਾ ਚਾਹੁੰਦਾ, ਉਹ ਪਤਲਾ ਹੀ ਹੈ, ਬਹੁਤ ਕੁਝ ਖਾਂਦਾ ਹੈ, ਬਹੁਤ ਕੁਝ ਠੂਸਦਾ ਆਪਣੇ ਅੰਦਰ, ਪਰ ਉਹਦੀ ਸ਼ਿਕਾਇਤ ਇਹ ਹੈ ਵੀ ਮੈਂ ਮੋਟਾ ਨਹੀਂ ਹੁੰਦਾ, ਮੈਂ ਤਗੜਾ ਨਹੀਂ ਹੁੰਦਾ, ਮੈਂ ਤਗੜਾ ਹੋਣਾ ਚਾਹੁੰਦਾ ਹਾਂ। ਮਤਲਬ ਉਹ ਵੀ ਮੰਗਤਾ, ਉਹ ਵੀ ਮੰਗ ਰਿਹਾ ਕੁਝ। ਅਤੇ ਫਿਰ ਉਹ ਉਸ ਵਿਅਕਤੀ ਦੇ ਕੋਲ ਜਾਂਦਾ ਜਿਸ ਨੂੰ ਉਸ ਚੀਜ਼ ਬਾਰੇ ਨੌਲੇਜ ਹੈ ਕਿ ਪਤਲੇ ਤੋਂ ਮੋਟਾ ਕਿਵੇਂ ਹੋਇਆ ਜਾਏ, ਕਿਹੜੀ ਡਾਈਟ, ਕਿਹੜੀਆਂ ਸ਼ਰਤਾਂ, ਕਿਹੜੇ ਨਿਯਮ ਫੋਲੋ ਕੀਤੇ ਜਾਣ, ਕਿਹਨਾਂ ਸ਼ਰਤਾਂ ਨੂੰ ਅਪਣਾਇਆ ਜਾਏ, ਕਿਹਨਾਂ ਸ਼ਰਤਾਂ ਦੇ ਉੱਤੇ ਕੰਮ ਕੀਤਾ ਜਾਏ ਤਾਂ ਜੋ ਪਤਲੇ ਤੋਂ ਮੋਟਾ ਹੋਇਆ ਜਾ ਸਕੇ। ਤਾਂ ਉੱਥੇ ਵੀ ਨਿਯਮ, ਉੱਥੇ ਵੀ ਸਿਧਾਂਤ, ਉੱਥੇ ਵੀ ਕੁਝ ਸ਼ਰਤਾਂ, ਰਿਕੁਆਇਰਮੈਂਟਸ ਹੀ ਪੂਰੀਆਂ ਕਰਨ ਦੀ ਗੱਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਕਈ ਮਨੁੱਖ ਜਿਹੜੇ ਨੇ ਹਰ ਵੇਲੇ ਡਿਪਰੈਸ਼ਨ ਦੇ ਵਿੱਚ ਰਹਿੰਦੇ ਨੇ, ਸਟਰੈਸ ਦੇ ਵਿੱਚ ਰਹਿੰਦੇ ਨੇ, ਚਿੰਤਾ ਦੇ ਵਿੱਚ ਰਹਿੰਦੇ ਨੇ, ਫਿਕਰ 'ਚ ਪਏ ਰਹਿੰਦੇ ਨੇ। ਚਾਹੇ ਉਹ ਵਿਦਿਆਰਥੀ ਹੈ, ਜੇਕਰ ਉਹ ਪੜ੍ਹਿਆ ਨਹੀਂ
ਤਾਂ ਉਹਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਮੇਰਾ ਇਮਤਿਹਾਨਾਂ ਵਿੱਚ ਕੀ ਬਣੇਗਾ, ਮੈਂ ਕਿਧਰੇ ਫੇਲ ਨਾ ਹੋ ਜਾਵਾਂ। ਜੇ ਮੈਂ ਫੇਲ ਹੋ ਗਿਆ ਫਿਰ ਮੈਂ ਆਪਣੇ ਸਾਥੀਆਂ ਤੋਂ ਪਛੜ ਜਾਵਾਂਗਾ। ਇਸ ਤਰੀਕੇ ਦੇ ਨਾਲ ਮੇਰੇ ਘਰ ਦੇ ਵੀ ਮੈਨੂੰ ਪਸੰਦ ਨਹੀਂ ਕਰਨਗੇ, ਉਹ ਵੀ ਮੈਨੂੰ ਬੁਰਾ ਭਲਾ ਆਖਣਗੇ। ਕਈ ਤਰ੍ਹਾਂ ਦੇ ਮੈਨੂੰ ਤਾਨੇ ਮਿਹਣੇ ਆਲੇ ਦੁਆਲੇ ਤੋਂ ਵੀ ਸੁਣਨ ਨੂੰ ਮਿਲਣਗੇ। ਫਿਰ ਇਹੋ ਜਿਹੀ ਜ਼ਿੰਦਗੀ ਜਿਉਣ ਦਾ ਫਾਇਦਾ ਵੀ ਕੀ ਹੈ, ਕੀ ਲਾਭ ਹੈ ਐਸੀ ਜ਼ਿੰਦਗੀ ਜਿਉਣ ਦਾ? ਇਹਦੇ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਹੈ। ਸੋ ਇੱਦਾਂ ਲੰਮੀਆਂ ਲੰਮੀਆਂ ਗੱਲਾਂ ਸੋਚ ਕੇ ਜਦੋਂ ਅਸੀਂ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹਾਂ, ਸਟਰੈਸ ਆਪਣੇ ਉੱਤੇ ਲੈਂਦੇ ਹਾਂ, ਅਤੇ ਉਹਦੇ ਵਿੱਚ ਵੀ ਸਾਡਾ ਜਿਹੜਾ ਦਿਮਾਗ ਹੈ ਉਹ ਪਜ਼ਲ ਹੋ ਜਾਂਦਾ ਅਤੇ ਨਿਰਾਸ਼ ਹੋ ਜਾਂਦਾ, ਉਦਾਸ ਹੋ ਜਾਂਦਾ, ਬੰਦਾ ਥੱਕ ਕੇ ਨੀਂਦ ਵਿੱਚ ਚਲਾ ਜਾਂਦਾ। ਇਸ ਤਰ੍ਹਾਂ ਨਿੱਤਾ ਪ੍ਰਤੀ ਇੱਦਾਂ ਦੀਆਂ ਵਿਚਾਰਾਂ ਬੰਦਾ ਸੋਚ ਕੇ ਡਿਪਰੈਸ਼ਨ 'ਚ ਚਲਾ ਜਾਂਦਾ, ਅਤੇ ਉਹ ਚਾਹੁੰਦਾ ਕਿ ਮੈਂ ਡਿਪਰੈਸ਼ਨ ਵਿੱਚੋਂ ਬਾਹਰ ਆਵਾਂ। ਜਿਹੜਾ ਇਹ ਚਾਹ ਰਿਹਾ ਕਿ ਮੈਂ ਡਿਪਰੈਸ਼ਨ ਦੇ ਵਿੱਚੋਂ ਬਾਹਰ ਆਵਾਂ, ਉਹ ਵੀ ਤਾਂ ਮੰਗਤਾ ਹੀ ਆ, ਉਹ ਵੀ ਤਾਂ ਮੰਗ ਹੀ ਰਿਹਾ ਕੁਛ। ਤਾਂ ਉਹਨੂੰ ਚਾਹੀਦਾ ਉਹ ਸਾਈਕੋਲੋਜਿਸਟ ਦੇ ਕੋਲ ਜਾਵੇ, ਸਾਈਕੈਟਰਿਸਟ ਦੇ ਕੋਲ ਜਾਵੇ, ਉਹਦੇ ਕੋਲ ਜਾ ਕੇ ਆਪਣਾ ਇਲਾਜ ਕਰਾਵੇ। ਇਸੇ ਤਰੀਕੇ ਦੇ ਨਾਲ ਕੋਈ ਬੰਦਾ, ਉਹਨੇ ਆਪਣਾ ਕਾਰੋਬਾਰ ਖੋਲ੍ਹਿਆ ਹੋਇਆ, ਕਾਫੀ ਵੱਡਾ ਬਿਜ਼ਨਸਮੈਨ ਹੈ ਉਹ, ਪਰ ਉਹ ਦਿਨੋਂ ਦਿਨ ਘਾਟੇ ਵੱਲ ਜਾ ਰਿਹਾ। ਹੁਣ ਉਹ ਚਾਹੁੰਦਾ ਮੈਂ ਆਪਣਾ ਜਿਹੜਾ ਕਾਰੋਬਾਰ ਹੈ ਉਹਨੂੰ ਸੈੱਟ ਕਰਾਂ, ਘਾਟੇ ਦੇ ਵਿੱਚੋਂ ਬਾਹਰ ਆਵਾਂ, ਮੈਨੂੰ ਵੀ ਵਾਧਾ ਹੋਵੇ, ਮੈਨੂੰ ਵੀ ਕੋਈ ਨਫਾ ਹੋਵੇ, ਅਤੇ ਉਹ ਚਾਹੁੰਦਾ ਵੀ ਮੈਂ ਆਪਣੇ ਕਾਰੋਬਾਰ ਨੂੰ ਅੱਗੇ ਲੈ ਕੇ ਜਾਵਾਂ। ਅਤੇ ਉਹ ਵੀ ਮੰਗਤਾ, ਉਹ ਵੀ ਕੁਝ ਮੰਗ ਰਿਹਾ, ਅਤੇ ਉਹਨੂੰ ਚਾਹੀਦਾ ਵੀ ਜਿਹੜੇ ਬਿਜ਼ਨਸ ਕੋਚ ਨੇ ਉਹ ਉਹਨਾਂ ਦੇ ਕੋਲ ਜਾ ਕੇ ਬੈਠੇ, ਉਹਨਾਂ ਦੇ ਕੋਲੋਂ ਜਾ ਕੇ ਸਲਾਹਾਂ ਲਵੇ ਕਿ ਮੈਂ ਆਪਣੇ ਬਿਜ਼ਨਸ ਨੂੰ ਅੱਗੇ ਕਿਵੇਂ ਵਧਾ ਸਕਦਾ, ਮੈਂ ਆਪਣੇ ਬਿਜ਼ਨਸ ਨੂੰ ਕਿਵੇਂ ਸੈਟਲ ਕਰ ਸਕਦਾ ਹਾਂ। ਇਸ ਤਰੀਕੇ ਦੇ ਨਾਲ ਅਸੀਂ ਵੇਖਦੇ ਹਾਂ ਸਾਡੇ ਸਮਾਜ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ, ਮੁਸ਼ਕਿਲਾਂ ਨੇ, ਸਾਡੇ ਆਲੇ ਦੁਆਲੇ ਸਾਨੂੰ ਵੇਖਣ ਨੂੰ ਮਿਲ ਜਾਂਦੀਆਂ ਨੇ। ਚਾਹੇ ਕਿਸੇ ਨੂੰ ਪੇਟ ਦੀ ਸਮੱਸਿਆ ਹੈ, ਗੈਸ ਬਹੁਤ ਜ਼ਿਆਦਾ ਬਣਦੀ ਹੈ, ਤੇਜ਼ਾਬ ਬਹੁਤ ਜ਼ਿਆਦਾ ਬਣਦਾ ਹੈ, ਤਾਂ ਉਹ ਵੀ ਚਾਹੁੰਦਾ ਵੀ ਗੈਸ ਦੀ ਜਿਹੜੀ ਸਮੱਸਿਆ ਇਹ ਖਤਮ ਹੋਵੇ, ਤੇਜ਼ਾਬ ਅੰਦਰ ਬਣਦਾ ਇਹ ਵੀ ਖਤਮ ਹੋਵੇ। ਭਾਵ ਉਹ ਵੀ ਕੁਝ ਨਾ ਕੁਝ ਮੰਗ ਰਿਹਾ, ਮੰਗਤਾ ਹੈ, ਤਾਂ ਉਹਨੂੰ ਚਾਹੀਦਾ ਉਹ ਕਿਸੇ ਡਾਕਟਰ ਦੇ ਨਾਲ ਜਾ ਕੇ, ਉਸ ਵਿਸ਼ੇ ਦਾ ਜੋ ਮਾਹਰ ਹੈ ਉਸ ਨਾਲ ਜਾ ਕੇ ਗੱਲਬਾਤ ਕਰੇ, ਉਹਦੇ ਕੋਲੋਂ ਜਾ ਕੇ ਉਹ ਜਾਣਕਾਰੀ ਲਵੇ, ਕੋਈ ਦਵਾ, ਕੋਈ ਪਰਹੇਜ਼ ਜੋ ਉਸ ਨੂੰ ਡਾਕਟਰ ਦੇ ਵੱਲੋਂ, ਵੈਦ ਵੱਲੋਂ ਦੱਸਿਆ ਜਾਂਦਾ, ਉਹਨੂੰ ਪੂਰੇ ਤਰੀਕੇ ਦੇ ਨਾਲ ਫੋਲੋ ਕਰੇ, ਅਤੇ ਇਹ ਜਿਹੜੀ ਪੇਟ ਵਿੱਚ ਗੈਸ ਬਣਦੀ ਹੈ ਜਾਂ ਤੇਜ਼ਾਬ ਬਣਦਾ, ਇਹਦੇ ਤੋਂ ਉਹਨੂੰ ਮੁਕਤੀ ਮਿਲ ਸਕੇ। ਇਸੇ ਤਰ੍ਹਾਂ ਕੋਈ ਵਿਅਕਤੀ ਚਾਹੁੰਦਾ ਵੀ ਮੈਂ ਵਿਦੇਸ਼ ਜਾਵਾਂ, ਘਰ ਬੈਠਾ ਉਹ ਰੱਟਾ ਲਾਈ ਜਾਵੇ, ਰੌਲਾ ਪਾਈ ਜਾਵੇ, ਸਾਰੇ ਟੱਬਰ ਨੂੰ ਉਹਨੇ ਦੁਖੀ ਕੀਤਾ ਹੋਵੇ ਵੀ ਮੈਂ ਵਿਦੇਸ਼ ਜਾਣਾ, ਮੈਂ ਵਿਦੇਸ਼ ਜਾਣਾ, ਮੈਂ ਵਿਦੇਸ਼ ਜਾਣਾ, ਪਰ ਉਹਨੂੰ ਪਤਾ ਨਾ ਹੋਵੇ ਕਿ ਵਿਦੇਸ਼ ਜਾਣ ਦੇ ਲਈ ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ, ਕਿ ਉਹਨਾਂ ਸਾਡੇ ਕੋਲ ਪੈਸਾ ਹੈ, ਕਿ ਬੈਂਕ ਬੈਲੈਂਸ ਹੈ, ਕਿ ਜਿਹੜੇ ਉਹ ਡਾਕੂਮੈਂਟ ਚਾਹੀਦੇ ਨੇ ਉਹ ਸਾਰੇ ਡਾਕੂਮੈਂਟ ਮੇਰੇ ਕੋਲ ਪੂਰੇ ਨੇ। ਜਿਹੜੀਆਂ ਚੀਜ਼ਾਂ ਪੂਰੀਆਂ ਨਹੀਂ ਹਨ, ਕਿ ਉਹਦੇ ਲਈ ਮੈਂ ਕੋਈ ਯਤਨ, ਕੋਈ ਉਪਰਾਲਾ ਜਾਂ ਉੱਦਮ ਕਰ ਰਿਹਾ ਹਾਂ, ਕਿ ਜਿੰਨਾ ਪੈਸਾ ਮੈਨੂੰ ਚਾਹੀਦਾ ਕਿ ਮੇਰੇ ਕੋਲ ਜਾਂ ਮੇਰੇ ਪਰਿਵਾਰ ਦੇ ਕੋਲ ਓਨਾ ਪੈਸਾ ਹੈ, ਜਾਂ ਮੈਂ ਸਿਰਫ ਬਸ ਬੇਵਜ੍ਹਾ ਘਰ ਦੇ ਵਿੱਚ ਰੱਟਾ ਪਾ ਕੇ, ਰੌਲਾ ਪਾ ਕੇ ਬੈਠਾ ਹੋਇਆ ਕਿ ਮੈਨੂੰ ਬਾਹਰ ਘੱਲੋ, ਜਾਂ ਮੈਂ ਬਾਹਰ ਜਾਣਾ ਨਹੀਂ ਤਾਂ ਮੈਂ ਮਰ ਜਾਵਾਂਗਾ, ਮੈਂ ਇੱਦਾਂ ਹੋ ਜਾਵਾਂਗਾ, ਮੈਂ ਉਹ ਹੋ ਜਾਵਾਂਗਾ। ਮਤਲਬ ਉਹ ਵੀ ਮੰਗਤਾ ਹੀ ਆ, ਉਹ ਵੀ ਮੰਗ ਰਿਹਾ ਕੁਛ। ਤਾਂ ਉਹਨੂੰ ਵੀ ਚਾਹੀਦਾ ਵੀ ਉਹ ਇਸ ਸੰਬੰਧੀ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰੇ ਕਿ ਬਾਹਰ ਜਾਣ ਲਈ, ਵਿਦੇਸ਼ ਜਾਣ ਦੇ ਲਈ ਕਿਹੜੀਆਂ ਵਸਤੂਆਂ ਦੀ, ਕਿਹੜੀਆਂ ਚੀਜ਼ਾਂ ਦੀ, ਕਿਹੜੇ ਡਾਕੂਮੈਂਟਸ ਦੀ, ਕਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਤਾਂ ਜੋ ਕਿ ਬਾਹਰ ਜਾਇਆ ਜਾ ਸਕੇ, ਵਿਦੇਸ਼ ਦਾ ਵੀਜ਼ਾ ਲੱਗੇ। ਸੋ ਇਸੇ ਤਰੀਕੇ ਦੇ ਨਾਲ ਮਹਿਲਾ ਨੂੰਮਾਂ ਜੀ ਫਰਮਾ ਰਹੇ ਨੇ, ਜਗਤ ਭਿਖਾਰੀ ਫਿਰਤ ਹੈ, ਕਿ ਸਾਰਾ ਜਗਤ ਹੀ ਭਿਖਾਰੀ ਹੈ, ਸਾਰਾ ਜਗਤ ਹੀ ਮੰਗਤਾ ਹੈ। ਕਿਸੇ ਦੇ ਅੰਦਰ ਕੋਈ ਮੰਗ ਹੈ, ਕਿਸੇ ਦੇ ਅੰਦਰ ਕੋਈ ਮੰਗ ਹੈ, ਹਰ ਬੰਦੇ ਦੀ ਆਪੋ ਆਪਣੀ ਮੰਗ ਹੈ। ਸਭ ਕੋ ਦਾਤਾ ਰਾਮ, ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਕੇਵਲ ਤੇ ਕੇਵਲ ਰਾਮ ਹੈ। ਭਾਵ ਨਿਯਮ ਸਿਧਾਂਤ ਹੈ, ਭਾਵ ਜੋ ਵੀ ਸਾਡੀ ਕੋਈ ਵੀ ਮੰਗ ਹੈ, ਉਸ ਮੰਗ ਨੂੰ ਜੇ ਅਸੀਂ ਪੂਰਾ ਕਰਨਾ, ਭਾਵ ਜੇ ਅਸੀਂ ਚਾਹੁੰਦੇ ਹਾਂ ਵੀ ਆਹ ਫਲਾਣਾ ਕੰਮ ਸਾਡਾ ਪੂਰਾ ਹੋਵੇ, ਤਾਂ ਉਹਦੇ ਲਈ ਕੁਝ ਨਾ ਕੁਝ ਸ਼ਰਤਾਂ ਨੇ। ਜਦੋਂ ਅਸੀਂ ਉਹਨਾਂ ਸ਼ਰਤਾਂ ਬਾਰੇ ਪਹਿਲਾਂ ਸਮਝਣਾ ਸ਼ੁਰੂ ਕਰਾਂਗੇ, ਜਾਣਕਾਰੀ ਲਵਾਂਗੇ, ਫਿਰ ਉਹਨਾਂ ਸ਼ਰਤਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਆਪਣਾ ਸਾਰਾ ਜ਼ੋਰ, ਆਪਣਾ ਉਪਰਾਲਾ, ਉੱਦਮ ਜਿਹੜਾ ਹੈ, ਯਤਨ ਜਿਹੜਾ ਹੈ, ਜਦੋਂ ਅਸੀਂ ਉਹ ਕਰਨਾ ਸ਼ੁਰੂ ਕਰਾਂਗੇ। ਮੰਨ ਲਓ ਕੋਈ ਚਾਹੁੰਦਾ ਵੀ ਮੈਂ ਇੰਗਲਿਸ਼ ਬੋਲਾਂ, ਹੁਣ ਉਹ ਵੀ ਤਾਂ ਮੰਗਤਾ ਨਾ, ਉਹ ਮੰਗ ਰਿਹਾ ਹੈ, ਚਾਹ ਰਿਹਾ ਹੈ ਕਿ ਮੈਨੂੰ ਇੰਗਲਿਸ਼ ਆਵੇ, ਮੈਂ ਇੰਗਲਿਸ਼ ਵਿੱਚ ਗੱਲ ਕਰਾਂ, ਮੈਂ ਇੰਗਲਿਸ਼ ਨੂੰ ਸਮਝ ਪਾਵਾਂ, ਉਹ ਚਾਹੁੰਦਾ ਨਾ। ਤਾਂ ਉਹਦੇ ਲਈ ਉਹ ਕੁਝ ਸ਼ਰਤਾਂ ਨੇ। ਸ਼ਰਤਾਂ ਕੀ ਨੇ? ਵੀ ਕੁਝ ਕਿਤਾਬਾਂ ਨੂੰ ਪੜ੍ਹਨਾ, ਕੁਝ ਲਿਖਣਾ, ਕੁਝ ਸੁਣਨਾ,
ਤੇ ਫਿਰ ਥੋੜਾ ਬਹੁਤਾ ਕੁਝ ਬੋਲਣ ਦੀ ਪ੍ਰੈਕਟਿਸ ਕਰਨੀ। ਉਹ ਜਿੱਥੇ ਵੀ ਸਾਡੇ ਆਲੇ ਦੁਆਲੇ ਕੋਈ ਅਦਾਰੇ ਬਣੇ ਹੋਏ ਨੇ ਜੋ ਇਹ ਇੰਗਲਿਸ਼ ਬਾਰੇ ਕੋਈ ਜਾਣਕਾਰੀ ਦਿੰਦੇ ਨੇ ਜਾਂ ਸਿਖਾਉਂਦੇ ਨੇ, ਇੰਗਲਿਸ਼ ਦਾ ਕੋਈ ਕੋਰਸ ਕਰਵਾਉਂਦੇ ਨੇ, ਬੰਦਾ ਉੱਥੇ ਜਾਵੇ, ਜਾ ਕੇ ਉਹ ਨੌਲੇਜ ਲਵੇ, ਉਹ ਸ਼ਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰੇ ਤੇ ਉਹਨੂੰ ਵੀ ਅੰਗਰੇਜ਼ੀ ਆ ਜਾਏਗੀ। ਤਾਂ ਮੂਲ ਰੂਪ ਦੇ ਵਿੱਚ ਆਪਾਂ ਇਹ ਗੱਲ ਸਮਝੀ ਕਿ ਸਾਰਾ ਜਗਤ ਮੰਗਤਾ ਹੈ, ਕੁਝ ਨਾ ਕੁਝ ਮੰਗ ਰਿਹਾ ਹੈ, ਤੇ ਦਾਤਾਂ ਦੇਣ ਵਾਲਾ ਕੇਵਲ ਤੇ ਕੇਵਲ ਨਿਯਮ ਸਿਧਾਂਤ ਹੈ। ਉਹ ਚਾਹੇ ਕੁਦਰਤੀ ਨਿਯਮ ਸਿਧਾਂਤ ਨੇ ਤੇ ਚਾਹੇ ਉਹ ਸਮਾਜਿਕ ਨਿਯਮ ਸਿਧਾਂਤ ਨੇ, ਫੋਲੋ ਸਾਨੂੰ ਨਿਯਮ ਸਿਧਾਂਤ ਹੀ ਕਰਨੇ ਪੈਣਗੇ, ਸ਼ਰਤਾਂ ਹੀ ਪੂਰੀਆਂ ਕਰਨੀਆਂ ਪੈਣੀਆਂ ਨੇ। ਕੋਈ ਇਦਾਂ ਦਾ ਸੋ ਕਾਲਡ ਰੱਬ ਨਹੀਂ ਹੈ, ਕੋਈ ਬਾਬਾ, ਕੋਈ ਪੀਰ, ਕੋਈ ਦੇਵਤਾ ਨਹੀਂ ਵੀ ਕਿਧਰੇ ਕੋਈ ਫਲਾਣੀ ਧਰਤੀ ਤੇ ਫਲਾਣੀ ਜਗ੍ਹਾ ਤੇ ਉਹ ਬੈਠਾ ਹੋਇਆ ਤੇ ਅਸੀਂ ਘਰ ਬੈਠ ਕੇ ਇਦਾਂ ਅੱਖਾਂ ਬੰਦ ਕਰਕੇ ਦੋਨੋਂ ਹੱਥ ਜੋੜ ਕੇ ਅਸੀਂ ਸੋਚੀਏ ਵੀ ਕੋਈ ਅਰਦਾਸ ਕਰੀਏ, ਕੋਈ ਪ੍ਰਾਰਥਨਾ ਕਰੀਏ, ਕੋਈ ਬੇਨਤੀ ਕਰੀਏ ਵੀ ਸ਼ਾਇਦ ਉਹ ਸਾਡੀ ਬੇਨਤੀ, ਪ੍ਰਾਰਥਨਾ, ਅਰਦਾਸ ਸੁਣ ਲਏਗਾ ਤੇ ਇਦਾਂ ਕੋਈ ਉੱਤੋਂ ਜਾਦੂ ਮਾਰੇਗਾ, ਸ਼ਕਤੀ ਮਾਰੇਗਾ ਤੇ ਸਾਡੀ ਜਿਹੜੀ ਉਹ ਮੰਗ ਹੈ ਉਹ ਪੂਰੀ ਹੋ ਜਾਏਗੀ। ਇਦਾਂ ਦਾ ਕੋਈ ਨਹੀਂ ਹੈ। ਇਹ ਸਿਰਫ ਸਾਡੇ ਮਨ ਦੀਆਂ ਕਲਪਨਾਵਾਂ ਨੇ, ਸਿਰਫ ਸਾਡੇ ਮਨ ਦੇ ਭਰਮ ਨੇ। ਇਸ ਕਰਕੇ ਇਸ ਭਰਮ ਦੇ ਵਿੱਚੋਂ ਅਸੀਂ ਬਾਹਰ ਆਉਣਾ ਹੈ। ਮਹਿਲਾ ਨੂੰਵਾਂ ਜੀ ਆਖਦੇ ਨੇ, ਕਹੋ ਨਾਨਕ ਮਨ ਸਿਮਰਤੈ ਮੇਰਿਆ ਮਨਾ, ਉਸ ਨਿਯਮ ਸਿਧਾਂਤ ਨੂੰ ਤੂੰ ਵੀ ਚੇਤੇ ਕਰ, ਤੂੰ ਵੀ ਸਮਝਣ ਦੀ ਕੋਸ਼ਿਸ਼ ਕਰ। ਪੂਰਨ ਹੋਵੇ ਕੰਮ, ਤੇਰੇ ਵੀ ਸਾਰੇ ਕੰਮ ਪੂਰੇ ਹੋ ਜਾਣਗੇ, ਨੇਪਰੇ ਚੜ੍ਹਨਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।